कांग्रेस पार्टी के सत्कारयोग मैंबर पार्लीमेंट इत्थों जित के जाते रहे हैं, पर मैं आने वाले दिनों च तत्थां के आधार पर दसांगा मैं कि इस दुआबे ते पवित्र धरती के उपर कीता की उन्होंने। मैनू कोई चीज़ ही नहीं लभदी जिहड़ा मैं कह सकां कि भाई इन्होंने आह काम कीता ते जिहड़ा वधिया काम कीता, काबिले तारीफ कीता। तुसी लोगों के कचहरी च जवाब दे हो कि तुसी काम किहड़ा कीता है। जे छोटे मोटे काम बतौर MLA वाले जे कर भी दिते असी तो वह मैंबर पार्लीमेंट के काम नहीं। मैंबर पार्लीमेंट के काम हुंदे है कि वह दिल्ली के मिनिस्ट्रियां तो कोई नवे प्रोजेक्ट खिंच के लैके आवे, कोई नवीं चीज़ां लैके आवे। मैं दो चीज़ां जिंदगी जरूर करनिया चाहांगा, एक कि काम करना तो पूरा वधिया करना, तो जे करना तो पूरा ईमानदारी ना करना। अपना दामन अपनी पग दस्तार हमेशा मैं साफ रखी है और इस दस्तार पर मैं कदे कोई दाग ना लगन दिता साडे परिवार ने, तो ना ही परमात्मा करे आने वाले समय कदी आवे। नवी पार्टी की लीडरशिप को खुश करने वास्ते मैं पुरानी पार्टी ते लीडरशिप ते चिक्कड़ सिੱਟਣਾ शुरू कर देवां, मेरी जमीर इजाजत नहीं देंदी। उन्हां दा काम जाणीए, आपां अपना काम करांगे। तो भाजपा विच की लोग देखण जां तुसीं की लोकां लई करोगे जो तो लोग तुहानूं वोटां पाण? पार्टी वालों संगठन वालों उन्होंने एज ए प्रभारी तौर पर उन्होंने काम किया है और उन्होंने एक कली पंजाब के कोने च गली गली दे विच उन्होंने इत्थों के लोगों के नाल उन्हां दा अज भी संबंध बने हुए उन्होंने। ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ 24 ਦਿਨ ਦਾ ਸਮਾਂ ਬਾਕੀ ਹੈ और ਵੱਖ-ਵੱਖ ਸਿਆਸੀ ਜਮਾਤਾਂ ਨੇ ਆਪਣੇ ਸਿਆਸੀ ਖਿਡਾਰੀ ਮੈਦਾਨ ਵਿੱਚ ਉਤਾਰ ਦਿੱਤੇ ਨੇ और ਦਲ ਬਦਲਣ ਦੀ ਵੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ और ਖਾਸ ਤੌਰ ਤੇ ਸਾਡੇ ਨਾਲ ਇੱਕ ਭਾਜਪਾ ਨੂੰ ਜੋ ਮੈਦਾਨ ਤੇ ਉਤਾਰੇ ਨੇ ਖਿਡਾਰੀ ਇੰਦਰ ਇਕਬਾਲ ਅਟਵਾਲ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਅਟਵਾਲ ਸਾਹਿਬ, ਕੀ ਸਿਨੈਰੀਓ ਨਜ਼ਰ ਆ ਰਿਹਾ? ਲਗਾਤਾਰ ਤੁਸੀਂ ਹੁਣ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਚਾਲੂ ਹੋ ਚੁੱਕਿਆ, ਰਣਨੀਤੀ ਤੈਅ ਕੀਤੀ ਜਾ ਰਹੀ ਹੈ, ਕੀ ਸਿਨੈਰੀਓ ਨਜ਼ਰ ਆ ਰਿਹਾ? ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਰਵਾਇਤੀ ਤੌਰ ਤੇ ਬੜਾ ਲੰਮਾ ਸਮਾਂ ਸਾਰੀਆਂ ਤਕਰੀਬਨ ਰਾਜਨੀਤਿਕ ਪਾਰਟੀਆਂ ਨੇ ਇੱਥੇ ਆਪਣਾ ਆਪਣਾ ਯੋਗਦਾਨ ਪਾਇਆ ਔਰ ਲੋਕਾਂ ਨੇ ਵੀ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ। ਪਰ ਐਤਕੀ ਪਹਿਲੀ ਵਾਰ ਹੈ ਕਿ ਇਸ ਕਰਕੇ ਨਹੀਂ ਕਿ ਮੈਂ ਲੋਕ ਸਭਾ ਦੀ ਚੋਣ BJP ਦੇ ਕੈਂਡੀਡੇਟ ਦੇ ਤੌਰ ਤੇ ਗੱਲ ਕਰ ਰਿਹਾ, ਜੋ ਮੈਂ ਲੋਕਾਂ 'ਚ ਵੇਖਣ ਨੂੰ ਮਿਲਿਆ ਕਿ ਲੋਕ ਪਿਛਲੇ ਲੰਮੇ ਸਮੇਂ ਤੋਂ ਇੱਕ ਆਲਟਰਨੇਟਿਵ ਜਿਹੜਾ ਇੱਕ ਸਬਸਟੀਟਿਊਟ ਜਿਹੜਾ ਲੱਭ ਰਹੇ ਸੀਗੇ ਜੀ, ਉਹਨਾਂ ਨੂੰ ਲੱਗ ਰਿਹਾ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇੱਕ ਸਬਸਟੀਟਿਊਟ, ਇੱਕ ਅੱਛੀ ਔਰ ਇੱਕ ਠਹਿਰੀ ਹੋਈ ਪਾਰਟੀ ਜਿਹੜੀ ਹੈ, ਜਿਹੜੀ ਦੇਸ਼ ਦੇ ਵਿੱਚ ਚੰਗੀ ਸਰਕਾਰ ਦੇ ਰਹੀ ਹੈ। ਲੋਕ ਪੰਜਾਬ ਦੇ ਵਿੱਚ ਵੀ ਰਾਜਸੀ ਜਿਹੜੀ ਬਦਲ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੇਖਦੇ ਪਏ ਆ। ਇੱਕ ਬੜਾ ਵੱਖਰਾ ਜਿਹਾ ਮਾਹੌਲ ਵੇਖਣ ਨੂੰ ਮਿਲ ਰਿਹਾ ਔਰ ਪਹਿਲੀ ਵਾਰ ਵੇਖਣ ਨੂੰ ਇੱਦਾਂ ਦਾ ਮਿਲਿਆ। ਸੋ ਅਟਵਾਲ ਸਾਹਿਬ, ਗੱਲ ਕਰੀਏ ਵੱਖ-ਵੱਖ, ਜਿਵੇਂ ਮੈਂ ਕਿਹਾ ਕਿ ਸਿਆਸੀ ਜਮਾਤਾਂ ਨੇ ਆਪਣੇ ਹੁਣ ਸਿਆਸੀ ਖਿਡਾਰੀ ਮੈਦਾਨ ਵਿੱਚ ਉਤਾਰ ਦਿੱਤੇ ਨੇ, ਕਾਂਗਰਸ, BJP, ਆਮ ਆਦਮੀ ਪਾਰਟੀ, ਔਰ ਖਾਸ ਤੌਰ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਔਰ ਖਾਸ ਤੌਰ ਤੇ ਭਾਜਪਾ ਵਿੱਚ ਕੀ ਲੋਕ ਦੇਖਣ ਜਾਂ ਤੁਸੀਂ ਕੀ ਲੋਕਾਂ ਲਈ ਕਰੋਗੇ ਜੋ ਤੋਂ ਲੋਕ ਤੁਹਾਨੂੰ ਵੋਟਾਂ ਪਾਣ? ਭਾਰਤੀ ਜਨਤਾ ਪਾਰਟੀ ਨੇ ਪੰਜਾਬ ਤੇ ਪੰਜਾਬੀਅਤ ਦਾ ਜਿਹੜਾ ਝੰਡਾ ਜਿਹੜਾ ਚੱਕਿਆ, ਸ਼੍ਰੀ ਨਰਿੰਦਰ ਮੋਦੀ ਜੀ ਦਾ ਪੰਜਾਬ ਤੇ ਪੰਜਾਬੀ ਲੋਕਾਂ ਦੇ ਨਾਲ ਬੜਾ ਨਿੱਜੀ ਲਗਾਵ ਹੈ, ਕਿਉਂਕਿ ਉਹਨਾਂ ਨੇ ਜ਼ਿੰਦਗੀ ਦੇ ਤਕਰੀਬਨ 12-13 ਸਾਲ ਜਿਹੜੇ ਹੈ ਉਹ ਪੰਜਾਬ ਦੀ ਧਰਤੀ ਤੇ ਬਤੌਰ ਪਾਰਟੀ ਵੱਲੋਂ ਸੰਗਠਨ ਵੱਲੋਂ ਉਹਨਾਂ ਨੇ ਐਜ਼ ਏ ਪ੍ਰਭਾਰੀ ਤੌਰ ਤੇ ਉਹਨਾਂ ਨੇ ਕੰਮ ਕੀਤਾ ਹੈ ਔਰ ਉਹਨਾਂ ਨੇ ਇੱਕ ਕੱਲੀ ਪੰਜਾਬ ਦੇ ਕੋਨੇ 'ਚ ਗਲੀ ਦੇ ਵਿੱਚ ਉਹਨਾਂ ਨੇ ਇੱਥੋਂ ਦੇ ਲੋਕਾਂ ਦੇ ਨਾਲ ਉਹਨਾਂ ਦਾ ਅੱਜ ਵੀ ਸੰਬੰਧ ਬਣੇ ਹੋਏ ਉਹਨਾਂ ਨੇ। ਪ੍ਰਧਾਨ ਮੰਤਰੀ ਦਾ ਕਿਸੇ ਸੂਬੇ ਦੀ ਰਾਜਨੀਤਿਕ ਤੌਰ ਤੇ ਨਹੀਂ, ਸੂਬੇ ਦੀਆਂ ਭਾਵਨਾਵਾਂ ਨੂੰ ਸਮਝਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਜਿਸ ਤਰੀਕੇ ਦੇ ਨਾਲ ਭਾਵਨਾਵਾਂ ਨੂੰ ਸਮਝ ਕੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਨਵਾਂ ਇਤਿਹਾਸ ਸਿਰਜ ਕੇ ਸ਼ੁਰੂਆਤ ਕੀਤੀ ਹੈ। ਅਸੀਂ ਅਰਦਾਸਾਂ ਕਰਦੇ ਹੁੰਦੇ ਸੀ ਕਿ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹਰ ਸਿੱਖ ਗੁਰੂ ਨਾਨਕ ਨਾਮ ਲੇਵਾ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਜਦੋਂ ਅਰਦਾਸ ਕਰਦਾ ਸੀ, ਨਿਤਨੇਮ ਕਰਕੇ ਸਵੇਰੇ ਤੇ ਸ਼ਾਮ ਨੂੰ ਅਸੀਂ ਅਰਦਾਸ ਕਰਦੇ ਸੀ ਤਾਂ ਅਸੀਂ ਇੱਕੋ ਹੀ ਅਰਦਾਸ ਕਰਦੇ ਸੀ ਕਿ ਕਿਹੜਾ ਵੇਲਾ ਹੋਵੇ ਤੇ ਕਦੋਂ ਅਸੀਂ ਆਪਣੇ ਨਨਕਾਣੇ ਜਾ ਕੇ ਅਸੀਂ ਜਾਂ ਕਰਤਾਰਪੁਰ ਸਾਹਿਬ ਜਾ ਕੇ ਅਸੀਂ ਇੱਧਰੋਂ ਖੜੇ ਹੋ ਕੇ ਸਾਹਮਣੇ ਗੁਰੂ ਘਰ ਨੂੰ ਵੇਖ ਲੈਂਦੇ ਸੀ, ਲੇਕਿਨ ਕਦੇ ਜਾ ਨਹੀਂ ਸੀ ਸਕਦੇ ਜੀ। ਇੱਕ ਸ਼ੁਰੂਆਤ ਕੀਤੀ
ਇੱਕ ਮੈਸੇਜ ਦਿੱਤਾ। ਕੋਈ ਰਾਜਨੀਤਿਕ ਤੌਰ ਤੇ ਨਹੀਂ, ਲੋੜ ਨਹੀਂ ਸੀ ਇਸ ਵੇਲੇ ਕੋਈ ਰਾਜਨੀਤੀ ਦੀ, ਕੋਈ ਸਿਰ ਤੇ ਚੋਣਾਂ ਨਹੀਂ ਸੀ ਖੜੀਆਂ, ਕੋਈ ਇਲੈਕਸ਼ਨ ਸਿਰ ਤੇ ਨਹੀਂ ਸੀ ਖੜੀ, ਲੇਕਿਨ ਮੋਦੀ ਜੀ ਨੇ ਪੰਜਾਬੀਆਂ ਨੂੰ ਇੱਕ ਮਾਣ ਦਿੱਤਾ, ਉਹਨਾਂ ਦੇ ਹਮਦਰਦੀ ਦਾ ਇੱਕ ਪ੍ਰਗਟਾਵਾ ਕੀਤਾ, ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਰਤਾਰਪੁਰ ਲਾਂਘਾ ਖੋਲ੍ਹ ਕੇ, ਇੱਕ ਨਵੀਂ ਸ਼ੁਰੂਆਤ ਕੀਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਤੌਰ ਤੇ ਮਨਾ ਕੇ ਦੁਨੀਆ ਦੇ ਕੋਨੇ-ਕੋਨੇ 'ਚ ਇਹ ਦੱਸ ਦਿੱਤਾ ਹੈ ਕਿ ਸਾਡੀਆਂ ਸ਼ਹਾਦਤਾਂ ਦਾ ਕੀ ਲੈਵਲ ਆਫ ਰਿਸਪੈਕਟ ਹੈ, ਔਰ ਉਹਨਾਂ ਨੂੰ ਰਿਸਪੈਕਟ ਜਿਹੜਾ ਅੱਜ ਤੱਕ ਨਈ ਸਰਕਾਰਾਂ ਵੱਲੋਂ ਦਿੱਤਾ ਗਿਆ, ਜੋ ਕਿ ਨਰਿੰਦਰ ਮੋਦੀ ਜੀ ਨੇ ਦਿੱਤਾ ਹੈ। ਇਸ ਕਰਕੇ ਮੈਂ ਇਹਨਾਂ ਦੋ ਐਗਜ਼ਾਮਪਲਾਂ ਨੂੰ ਕੋਟ ਕਰਕੇ, ਬਹੁਤ ਸਾਰੀਆਂ ਹੋਰ ਗੱਲਾਂ ਨੇ ਜਿਹੜੀਆਂ ਮੈਂ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਿਹਾ ਕਿ ਆਓ ਅੱਜ ਰਲ ਕੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਵੱਲ ਨੂੰ ਰੁਖ ਕਰੀਏ, ਭਾਰਤੀ ਜਨਤਾ ਪਾਰਟੀ ਬਾਰੇ ਸੋਚਣਾ ਸ਼ੁਰੂ ਕਰੀਏ, ਕਿਉਂਕਿ ਨਰਿੰਦਰ ਮੋਦੀ ਹੀ ਇੱਕ ਐਸਾ ਵਿਅਕਤੀ ਹੈ ਜੋ ਕਿ ਹਿੰਦੁਸਤਾਨ ਦੇ ਹਰ ਵਰਗ, ਹਰ ਜਮਾਤ, ਹਰ ਜਾਤ, ਹਰ ਧਰਮ, ਹਰ ਫਿਰਕੇ ਦੇ ਲੋਕਾਂ ਦੀ ਨਬਜ਼ ਨੂੰ ਸਮਝਦਾ ਹੈ, ਚਾਹੇ ਉਹ ਲੱਦਾਖ ਹੋਵੇ, ਚਾਹੇ ਅਰੁਣਾਚਲ ਹੋਵੇ ਤੇ ਚਾਹੇ ਪੰਜਾਬ ਹੋਵੇ, ਉਹ ਪੰਜਾਬੀਆਂ ਦੇ ਹਰ ਨਬਜ਼ ਨੂੰ ਪਛਾਣਦਾ ਹੈ। ਕਿਸਾਨ, ਕਿਸਾਨੀ ਤੇ ਖੇਤ ਮਜ਼ਦੂਰ ਤੋਂ ਲੈ ਕੇ ਕਾਰਖਾਨੇਦਾਰ ਤੇ ਬਿਜ਼ਨਸਮੈਨ ਤੱਕ ਲੈ ਕੇ ਤੇ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ, ਉਹਨਾਂ ਦੇ ਭਵਿੱਖ ਨੂੰ ਜੇ ਕੋਈ ਵੇਖ ਸਕਦਾ ਹੈ ਤਾਂ ਕੇਵਲ ਸ਼੍ਰੀ ਨਰਿੰਦਰ ਮੋਦੀ ਵੇਖ ਸਕਦਾ। ਮੈਂ ਇਸ ਕਰਕੇ ਲੋਕਾਂ ਦੀ ਕਚਹਿਰੀ 'ਚ ਜਾ ਰਿਹਾ ਔਰ ਮੈਨੂੰ ਲੱਗਦਾ ਕਿ ਜਿਹੜੇ ਦੁਆਬੇ ਦੀ ਧਰਤੀ ਦੇ ਜਿਹੜੇ ਬੜੇ ਕਾਬਲ ਵੋਟਰ ਨੇ, ਸਤਿਕਾਰਯੋਗ ਵੋਟਰ ਨੇ, ਜਲੰਧਰ ਲੋਕ ਸਭਾ ਹਲਕੇ ਦੇ ਜਿਹੜੇ ਵੋਟਰ ਨੇ, ਕਿਉਂਕਿ ਇਸ ਮਿੱਟੀ, ਇਸ ਇਲਾਕੇ ਦੇ ਨਾਲ ਬੜਾ ਲੰਮਾ ਸਮਾਂ ਸਾਡੇ ਪਰਿਵਾਰ ਦਾ ਹਮੇਸ਼ਾ ਤੋਂ ਅਸੀਂ ਜੁੜੇ ਰਹੇ ਹਾਂ ਔਰ ਇੱਥੋਂ ਦੀ ਸੰਗਤ ਨੇ ਸਾਨੂੰ ਮਾਣ, ਸਨਮਾਨ, ਸਤਿਕਾਰ ਦੇ ਕੇ ਬੜੀ ਵਾਰੀ ਨਿਵਾਜਿਆ। ਚੋਣਾਂ ਜਿੱਤ ਜਾਣਾ ਤੇ ਚੋਣਾਂ ਹਾਰ ਜਾਣਾ, ਅਸੀਂ ਉਹਨੂੰ ਕਦੀ ਪੈਮਾਨਾ ਨਹੀਂ ਰੱਖਿਆ। ਲੋਕਾਂ ਦੇ ਨਾਲ ਹਮੇਸ਼ਾ ਅਸੀਂ ਜੁੜ ਕੇ ਰਹੇ ਹਾਂ, ਲੋਕਾਂ ਦੇ ਵਿੱਚ ਰਹੇ ਹਾਂ ਤੇ ਅੱਜ ਮੈਨੂੰ ਲੱਗਦਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਦੇ ਕਾਬਲ ਸਤਿਕਾਰਯੋਗ ਵੋਟਰ ਜਿਹੜੇ ਹੈ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਇਸ ਬੱਚੇ ਨੂੰ, ਆਪਣੇ ਭਰਾ ਨੂੰ, ਇਸ ਗੁਰਸਿੱਖ ਬੱਚੇ ਨੂੰ, ਇਸ ਪੰਜਾਬੀ ਬੱਚੇ ਨੂੰ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਵੋਟਾਂ ਪਾ ਕੇ ਮੈਨੂੰ ਮਾਣ ਸਤਿਕਾਰ ਜ਼ਰੂਰ ਦੇਣਗੇ ਔਰ ਮੇਰਾ ਮਾਣ ਸਤਿਕਾਰ ਮੇਰਾ ਨਹੀਂ ਹੋਏਗਾ, ਉਹ ਮਾਣ ਸਤਿਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੋਏਗਾ, ਜਿਨੇ ਸਾਨੂੰ ਕਰਤਾਰਪੁਰ ਦਾ ਲਾਂਘਾ ਦਿੱਤਾ, ਇੱਕ ਸ਼ੁਰੂਆਤ ਕੀਤੀ। ਸਾਡੀਆਂ ਬੜੀਆਂ ਮੰਗਾਂ ਨੇ, ਬੜੇ ਲੋਕ ਹੈ, ਬੜੇ ਕੰਮ ਹੈ, ਬੜੇ ਕਾਰ ਹੈ, ਬੜੇ ਇਸ਼ੂਜ਼ ਹੈ ਜਿਹੜੇ ਭਾਰਤ ਸਰਕਾਰ ਕੋਲੋਂ ਅਸਾਂ ਹੱਲ ਕਰਵਾਉਣੇ ਹੈ ਤੇ ਉਹ ਹੱਲ ਕਿਉਂ ਹੋਣਗੇ, ਕਦੋਂ ਹੋਣਗੇ? ਤਾਂ ਹੀ ਹੋਣਗੇ ਜੇਕਰ ਅਸੀਂ ਆਪਣਾ ਵਕੀਲ ਕੋ ਚੰਗਾ ਜਿਤਾ ਕੇ ਉੱਥੇ ਭੇਜੀਏ ਜਿਹੜਾ ਸਾਡੀ ਗੱਲ ਕਰ ਸਕੇ। ਤੇ ਮੈਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੋਊਗਾ ਜੇਕਰ ਜਲੰਧਰ ਦੇ ਕਾਬਲ ਸੂਝਵਾਨ ਵੋਟਰ ਮੈਨੂੰ ਜਿਤਾ ਕੇ ਇੱਥੋਂ ਭੇਜਦੇ ਆ, ਮੈਂ ਉਹਨਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਜਾ ਕੇ ਨਰਿੰਦਰ ਮੋਦੀ ਜੀ ਕੋਲੋਂ ਜਿੰਨੇ ਸਾਡੇ ਪੰਜਾਬੀਆਂ ਦੇ ਪੈਂਡਿੰਗ ਮਸਲੇ ਆ, ਜਿੰਨੇ ਸਾਡੇ ਮਸਲੇ ਆ, ਲੋਕਲ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਉਹਨਾਂ ਨੂੰ ਅਸੀਂ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਅਟਵਾਲ ਸਾਹਿਬ, ਗੱਲ ਕਰੀਏ 2024 ਤੋਂ ਪਹਿਲਾਂ ਇਹ ਇੱਕ ਸੈਮੀਫਾਈਨਲ ਵਜੋਂ ਚੋਣ ਦੇਖੀ ਜਾ ਰਹੀ ਹੈ, ਖਾਸ ਤੌਰ ਤੇ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ, ਤੁਸੀਂ ਵੀ ਕੰਪੇਨ ਕਰਨੀ ਹੈ ਔਰ 92 ਵਿਧਾਇਕ ਨੇ ਤੁਹਾਡੇ ਓਪੋਜੀਸ਼ਨ ਦੇ ਵਿੱਚ। ਕੀ ਲੱਗਦਾ, ਜਿਵੇਂ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਜੋ ਮੈਂ ਕੰਮ ਕੀਤੇ ਨੇ, ਜ਼ਿਕਰ ਕੀਤਾ ਜਾਂਦਾ ਉਹਨਾਂ ਵੱਲੋਂ ਕਿ ਜੋ 70 ਸਾਲਾਂ ਵਿੱਚ ਨਹੀਂ ਹੋਇਆ ਉਹ ਅਸੀਂ ਕਰਕੇ ਦਿਖਾਇਆ, ਲੱਗਦਾ ਕਿਤੇ ਨਾ ਕਿਤੇ ਕੰਪੀਟੀਸ਼ਨ ਦੇ ਵਿੱਚ ਤੁਹਾਡੇ ਨਾਲ, ਤੁਹਾਡੇ ਤੋਂ ਉੱਪਰ ਨੇ ਜਾਂ ਨੀਚੇ ਨੇ, ਕਿਵੇਂ ਦੇਖਦੇ ਹੋ ਖੜਾ? ਕਿਹੜਾ ਕੰਮ ਕਰਕੇ ਵਿਖਾਇਆ ਮੈਨੂੰ ਪਹਿਲਾਂ ਵਿਖਾ ਦਿਓ। ਜੇ ਤੁਸੀਂ ਮੰਨ ਜਾਓਗੇ, ਜੇ ਮੈਨੂੰ ਦਿਖ ਜਾਏਗਾ ਤਾਂ ਪੰਜਾਬ ਦੇ ਲੋਕ ਵੀ ਮੰਨ ਜਾਣਗੇ। ਮੈਨੂੰ ਤਾਂ ਉਹਨਾਂ ਦੇ ਵਜ਼ੀਰਾਂ ਦੀਆਂ ਚੁਟਕੀਆਂ ਦੀਆਂ ਆਵਾਜ਼ਾਂ ਯਾਦ ਆਉਂਦੀਆਂ ਨੇ ਜਦੋਂ ਕਹਿੰਦੇ ਸੀ ਸਰਕਾਰ ਬਣਾ ਦਿਓ, ਐਂ ਕਰਕੇ ਅਸੀਂ ਕੰਮ ਕਰਵਾਵਾਂਗੇ, 24 ਘੰਟਿਆਂ 'ਚ ਆਹ ਕੰਮ ਹੋਊਗਾ, 48 ਘੰਟਿਆਂ 'ਚ ਆਹ ਕੰਮ ਹੋਊਗਾ, 72 ਘੰਟਿਆਂ 'ਚ ਇਹ ਕੰਮ ਹੋਊਗਾ, ਇੰਨਾ ਬਜਟ ਅਸੀਂ ਇੱਥੋਂ ਲੈਣਾ, ਇੰਨਾ ਰੈਵਨਿਊ ਅਸੀਂ ਇੱਥੋਂ ਇਕੱਠਾ ਕਰ ਲੈਣਾ। ਮੈਨੂੰ ਤਾਂ ਅੱਜ ਤੱਕ ਕੋਈ ਦਿਖਿਆ ਨਹੀਂ ਜੀ। ਜੇ 1 ਸਾਲ ਦੇ ਵਿੱਚ ਕੋਈ ਚੱਜ ਦਾ ਕੰਮ, ਕੋਈ ਵਾਅਦਾ ਉਹਨਾਂ ਨੇ ਪੂਰਾ ਕੀਤਾ ਤਾਂ ਮੈਨੂੰ ਤੁਸੀਂ ਦੱਸ ਦਿਓ। ਭਾਸ਼ਣ 'ਚ ਜ਼ਿਕਰ ਕਰਦੇ ਨੇ ਜੋ 70 ਸਾਲਾਂ 'ਚ ਨਹੀਂ ਹੋਇਆ ਉਹ ਅਸੀਂ ਕੀਤਾ। ਇਕੱਲੇ ਭਾਸ਼ਣ 'ਚ ਨਹੀਂ ਕਰਦੇ, ਉਹ ਤਾਮਿਲਨਾਡੂ ਦੇ ਅਖਬਾਰ ਦਾ ਹਿੰਦੂ ਦੇ ਫਰੰਟ ਪੇਜ ਤੇ ਵੀ ਪੰਜਾਬੀ ਦੇ ਵਿੱਚ ਆਪਣਾ ਇਸ਼ਤਿਹਾਰ ਵੱਡਾ ਛਾਪ ਰਹੇ ਹੈ। ਉਹ ਇਕੱਲੇ ਸਪੀਚਾਂ ਨਹੀਂ ਦਿੰਦੇ, ਉਹਨਾਂ ਨੇ ਹਿੰਦੁਸਤਾਨ ਦੇ ਸਾਰੇ ਮੀਡੀਆ ਦੇ ਅਖਬਾਰਾਂ ਦੇ ਉੱਪਰ ਫਰੰਟ ਪੇਜ ਤੇ ਭਗਵੰਤ ਮਾਨ ਜੀ ਦੀਆਂ ਫੋਟੋਆਂ ਲਗਾ ਕੇ ਬਹੁਤ ਝੂਠਾ ਕੂੜ ਪ੍ਰਚਾਰ ਕਰਤਾ ਤੇ ਪੰਜਾਬ ਦਾ ਕਰੋੜਾਂ ਰੁਪਇਆ ਬਜਟ ਜਿਹੜਾ ਹੈ ਉਸ ਕੰਮ ਤੇ ਖਰਚ ਕਰਤਾ, ਜਿਹੜਾ ਕੰਮ ਹਾਲੇ ਸ਼ੁਰੂ ਵੀ ਨਹੀਂ ਹੋਇਆ, ਕੀਤਾ ਵੀ ਨਹੀਂ। ਤੇ ਕੀਤਾ ਕੀ ਹੈ, ਅੱਜ ਸਾਡੀ ਬਹੂ, ਬੇਟੀ, ਭੈਣ, ਮਾਂ, ਭੈਣ ਸਾਡੀ ਕੋਈ ਵੀ ਹੈ, ਅੱਜ ਸਾਡੇ ਘਰ ਦੀ ਇੱਜ਼ਤ ਜਿਹੜੀ ਹੈ ਉਹ ਤਾਂ ਛੱਡੋ,
ਕੋਈ ਬੰਦਾ ਵੀ ਸੜਕ ਤੇ ਜਾਣ ਲੱਗਿਆ ਉਹ 1000 ਵਾਰੀ ਪਹਿਲਾਂ ਸੋਚਦਾ ਹੈ ਕਿ ਪਤਾ ਨਹੀਂ ਭਰਾਵਾ ਕਿੱਥੋਂ ਕੀ ਹੋ ਜਾਣਾ, ਕਿਹੜੇ ਗੈਂਗਸਟਰ ਨੇ ਆ ਜਾਣਾ, ਕਿਹੜੀ ਗੋਲੀ ਨੇ ਆ ਜਾਣਾ, ਕਿਹੜੇ ਸਾਨੂੰ ਕੀ ਹੋ ਜਾਣਾ। ਪੰਜਾਬ ਦੇ ਲੋਕ ਇਸ ਵੇਲੇ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਹੇ। ਉਹ ਡਰ ਖੌਫ ਇੱਕ ਦੁਬਾਰਾ ਤੋਂ ਪੈਦਾ ਹੋ ਗਿਆ ਪੰਜਾਬ 'ਚ ਮਾਹੌਲ, ਜਿਹਦਾ ਜ਼ਿੰਮੇਵਾਰ ਕੇਵਲ ਤੇ ਕੇਵਲ ਪੰਜਾਬ ਦੀ ਸਰਕਾਰ ਹੈ ਤੇ ਪੰਜਾਬ ਸਰਕਾਰ ਨੂੰ ਉਹਦਾ ਜਵਾਬ ਦੇਣਾ ਪਏਗਾ ਲੋਕਾਂ ਦੇ ਕਚਹਿਰੀ ਦੇ ਵਿੱਚ। ਕੇਜਰੀਵਾਲ ਸਾਹਿਬ ਕਹਿੰਦੇ ਨੇ ਅਗਰ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਕੋਈ ਦੇਸ਼ ਵਿੱਚ ਇਮਾਨਦਾਰੀ ਨਹੀਂ ਹੈ, ਸਾਫ਼ ਤੌਰ ਤੇ ਉਹਨਾਂ ਨੇ ਬਿਆਨ ਦਿੱਤਾ ਹੈ। ਇਹਦਾ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ। ਪੰਜਾਬ ਦੇ ਲੋਕਾਂ ਨੂੰ ਨਹੀਂ, ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਜਿਹੜਾ ਘਪਲਾ ਦਿੱਲੀ ਦੇ ਸ਼ਰਾਬ ਦੇ ਘੁਟਾਲੇ ਦਾ ਹੋਇਆ ਉਹ ਤਾਂ ਇੱਕ ਹਾਲੇ ਛੋਟਾ ਜਿਹਾ ਟ੍ਰੇਲਰ ਹੈ। ਜਿੱਦਣ ਪੰਜਾਬ ਦੇ ਸ਼ਰਾਬ ਦੇ ਘਪਲੇ ਦੀਆਂ ਘੁਟਾਲੇ ਦੀਆਂ ਫਾਈਲਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਉਹ ਦਿੱਲੀ ਦੇ ਸ਼ਰਾਬ ਦੇ ਘੁਟਾਲੇ ਨਾਲੋਂ ਦੁੱਗਣੀਆਂ ਤੇ ਤਿੱਗਣੀਆਂ ਨਿਕਲਣਗੀਆਂ, ਕਿਉਂਕਿ ਉਹੀ ਲਾਬੀ ਜਿਹੜੀ ਦਿੱਲੀ 'ਚ ਕੰਮ ਕਰ ਰਹੀ ਸੀ ਇਸ ਘੁਟਾਲੇ ਦੇ ਵਿੱਚ, ਉਹੀ ਲਾਬੀ ਜਿਹੜੀ ਹੈ ਉਹ ਪੰਜਾਬ 'ਚ ਵੀ ਆ ਕੇ ਇਹਨਾਂ ਨੇ ਕਾਬਜ਼ ਕੀਤੀ ਹੈ। ਤੇ ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਜਿਹੜੇ ਘੁਟਾਲਾ ਉੱਥੇ ਕਰਕੇ ਆਏ ਤੇ ਉਹ ਪੰਜਾਬ 'ਚ ਨਹੀਂ ਕੀਤਾ ਹੋਏਗਾ। ਇਹ ਤਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਅਟਵਾਲ ਸਾਹਿਬ ਕੀ ਕਮੀਆਂ ਕੀ ਦੇਖਦੇ ਹੋ ਅਗਰ ਲੋਕ ਸਭਾ ਹਲਕਾ ਜਲੰਧਰ ਦੀ ਗੱਲ ਕਰੀਏ, ਕਿਉਂਕਿ ਲੰਬਾ ਸਮਾਂ ਤੁਸੀਂ ਵੀ ਇੱਥੇ, ਤੁਹਾਡੇ ਪਰਿਵਾਰ ਵੀ ਇੱਥੇ ਕਾਫੀ ਚਿਰ ਉਹਨਾਂ ਨੇ ਚੋਣ ਵੀ ਲੜੀ ਹੈ ਇੱਥੇ, ਵੱਡੀ ਉਹਨਾਂ ਨੂੰ ਵੋਟ ਗਿਣਤੀ ਦੇ ਵਿੱਚ ਵੋਟਾਂ ਵੀ ਪਈਆਂ ਸੀ। ਤਾਂ ਔਰ ਖਾਸ ਤੌਰ ਤੇ ਦੇਖਿਆ ਜਾਵੇ ਕਿ ਕਿਹੜੀ ਕਮੀ ਤੁਹਾਨੂੰ ਨਜ਼ਰ ਆਉਂਦੀ ਹੈ ਜੋ ਤੁਸੀਂ ਪੂਰੀ ਕਰੋਗੇ ਇੱਥੇ? ਸਨ 1989 ਤੋਂ ਲੈ ਕੇ ਅੱਜ ਤੱਕ ਅਸੀਂ ਇਸ ਹਲਕੇ ਦੇ ਵਿੱਚ ਸੇਵਾ ਕੀਤੀ ਆ। 3 ਲੋਕ ਸਭਾ ਦੀਆਂ ਅਸੀਂ ਚੋਣਾਂ ਲੜੀਆਂ ਨੇ, ਉਹਦੇ ਵਿੱਚੋਂ ਇੱਕ ਅਸੀਂ ਜਿੱਤੀ ਵੀ ਆ, ਫਲੋਰ ਪਾਰਲੀਮੈਂਟ ਹਲਕਾ, ਜੋ ਕਿ ਪਹਿਲਾਂ ਜਲੰਧਰ ਪਾਰਲੀਮੈਂਟ ਹਲਕਾ ਦਾ ਹੁੰਦਾ ਸੀ, ਹਿੱਸਾ ਹੁੰਦਾ ਸੀ। ਉਸ ਤੋਂ ਬਾਅਦ ਲਗਾਤਾਰ ਤਕਰੀਬਨ ਕਾਂਗਰਸ ਪਾਰਟੀ ਦੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਇੱਥੋਂ ਜਿੱਤ ਕੇ ਜਾਂਦੇ ਰਹੇ ਆ ਜੀ। ਪਰ ਮੈਂ ਆਉਣ ਵਾਲੇ ਦਿਨਾਂ 'ਚ ਤੱਥਾਂ ਦੇ ਆਧਾਰ ਤੇ ਦੱਸਾਂਗਾ ਮੈਂ ਕਿ ਇਸ ਦੁਆਬੇ ਤੇ ਪਵਿੱਤਰ ਧਰਤੀ ਦੇ ਉੱਪਰ ਕੀਤਾ ਕੀ ਉਹਨਾਂ ਨੇ। ਮੈਨੂੰ ਕੋ ਮਾਰ ਕੇ ਵਾਲਾ ਕੰਮ ਹੀ ਨਹੀਂ ਵੇਖਦਾ, ਮੈਨੂੰ ਕੋਈ ਚੀਜ਼ ਹੀ ਨਹੀਂ ਲੱਭਦੀ ਜਿਹੜਾ ਮੈਂ ਕਹਿ ਸਕਾਂ ਕਿ ਭਾਈ ਇਹਨਾਂ ਨੇ ਆਹ ਕੰਮ ਕੀਤਾ ਤੇ ਜਿਹੜਾ ਵਧੀਆ ਕੰਮ ਕੀਤਾ, ਕਾਬਲੇ ਤਾਰੀਫ ਕੀਤਾ। ਮੈਂ ਉਹ ਸ਼ਖਸ ਹਾਂ, ਮੈਂ ਵਿਰੋਧੀ ਦਾ ਵੀ ਸਤਿਕਾਰ ਕਰਦਾ। ਜੇ ਕਿਸੇ ਵਿਰੋਧੀ ਨੇ ਵੀ ਚੰਗਾ ਕੰਮ ਕੀਤਾ ਮੈਂ ਉਹਨੂੰ ਵੀ ਸਲਾਹੁੰਦਾ, ਕਿਉਂਕਿ ਅਸੀਂ ਰਾਜਨੀਤਿਕ ਪਾਰਟੀਆਂ ਦੇ ਇਸ ਪਿੜ ਦੇ ਵਿੱਚ, ਲੋਕਤੰਤਰ ਦੇ ਵਿੱਚ ਰਹਿ ਕੇ ਕੰਮ ਕਰਦੇ ਹਾਂ। ਜਿਸ ਵੀ ਕਿਸੇ ਵਿਅਕਤੀ ਨੇ ਕੋਈ ਚੰਗਾ ਕੰਮ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ, ਚਾਹੇ ਕਿਸੇ ਦੀ ਸਰਕਾਰ ਹੋਵੇ, ਸਾਡਾ ਫਰਜ਼ ਹੈ। ਲੇਕਿਨ ਬਤੌਰ ਮੈਂਬਰ ਪਾਰਲੀਮੈਂਟ ਜਲੰਧਰ ਪਾਰਲੀਮੈਂਟ ਹਲਕੇ ਦੇ ਵਿੱਚ ਮੈਂ ਅਕਸਰ ਕਿਹਾ ਕਰਦਾ, ਮੈਨੂੰ ਯਾਦ ਆ ਬਚਪਨ ਤੋਂ ਸੁਣਦੇ ਆਈਦਾ ਸੀ ਕਿ ਇਸ ਜਲੰਧਰ ਪਾਰਲੀਮੈਂਟ ਹਲਕੇ ਨੇ ਸਦਾ ਸਵਰਨ ਸਿੰਘ ਵਿਦੇਸ਼ ਮੰਤਰੀ ਜੀ ਵਰਗੇ ਵੱਡੇ ਲੀਡਰ ਦਿੱਤੇ, ਜਨਰਲ ਰਜਿੰਦਰ ਸਿੰਘ ਸਪੈਰੋ ਜੀ ਵਰਗੇ ਦਿੱਤੇ, ਸਰਦਾਰ ਬਲਬੀਰ ਸਿੰਘ ਵਰਗੇ ਦਿੱਤੇ। ਇੱਥੇ ਤੱਕ ਹੀ ਨਹੀਂ, ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਅਟਵਾਲ ਜੀ ਨੂੰ ਦੁਆਬੇ ਦੀ ਧਰਤੀ ਨੇ ਲੋਕ ਸਭਾ ਦੇ ਡਿਪਟੀ ਸਪੀਕਰ ਬਣਾ ਕੇ ਭੇਜਿਆ। ਬਹੁਤ ਸਾਰੇ ਇੱਥੋਂ ਸਾਰੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਰਹੇ ਆ ਪਹਿਲਾਂ, ਜਿਨ੍ਹਾਂ ਨੇ ਕੁਝ ਨਾ ਕੁਝ ਇੱਥੇ ਕੰਟਰੀਬਿਊਟ ਕੀਤਾ ਹੈ। ਪਰ ਪਿਛਲੇ 10-15 ਸਾਲਾਂ ਤੋਂ ਜਿਹੜਾ ਪਰਿਵਾਰ ਇੱਥੇ ਲਗਾਤਾਰ ਜਿੱਤਦਾ ਰਿਹਾ ਹੈ, ਜਿਨ੍ਹਾਂ ਨੂੰ ਜਲੰਧਰ ਦੇ ਲੋਕਾਂ ਨੇ ਵੋਟਾਂ ਪਾ ਕੇ ਬੜਾ ਮਾਣ ਸਤਿਕਾਰ ਕੰਟੀਨਿਊਸਲੀ ਦਿੱਤਾ ਹੈ ਜੀ, ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਮੈਂ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਆਉਂਦੇ ਦਿਨਾਂ ਦੇ ਵਿੱਚ ਲੋਕਾਂ ਦੇ ਸਵਾਲ, ਲੋਕਾਂ ਦੇ ਵਕੀਲ ਬਣ ਕੇ ਮੈਂ ਉਹਨਾਂ ਨੂੰ ਉਹਨਾਂ ਦੀ ਕਚਹਿਰੀ 'ਚ ਜ਼ਰੂਰ ਕਰਨਾ ਚਾਹਾਂਗਾ ਕਿ ਤੁਸੀਂ ਲੋਕਾਂ ਦੀ ਕਚਹਿਰੀ 'ਚ ਜਵਾਬ ਦਿਓ ਕਿ ਤੁਸੀਂ ਕੰਮ ਕਿਹੜਾ ਕੀਤਾ ਹੈ। ਜੇ ਛੋਟੇ ਮੋਟੇ ਕੰਮ ਬਤੌਰ MLA ਵਾਲੇ ਜੇ ਕਰ ਵੀ ਦਿੱਤੇ ਅਸੀਂ, ਤਾਂ ਉਹ ਮੈਂਬਰ ਪਾਰਲੀਮੈਂਟ ਦੇ ਕੰਮ ਨਹੀਂ। ਮੈਂਬਰ ਪਾਰਲੀਮੈਂਟ ਦੇ ਕੰਮ ਹੁੰਦੇ ਹੈ ਕਿ ਉਹ ਦਿੱਲੀ ਦੇ ਮਿਨਿਸਟਰੀਆਂ ਤੋਂ ਕੋਈ ਨਵੇਂ ਪ੍ਰੋਜੈਕਟ ਖਿੱਚ ਕੇ ਲੈ ਕੇ ਆਵੇ, ਕੋਈ ਨਵੀਆਂ ਚੀਜ਼ਾਂ ਲੈ ਕੇ ਆਵੇ। ਮੈਨੂੰ ਤਾਂ ਕੋਈ ਜਲੰਧਰ 'ਚ ਲੱਭਦੇ ਕੁਛ ਨਹੀਂ ਜਿਹੜੀ ਕੋਈ ਨਵੀਂ ਚੀਜ਼ ਪਿਛਲੇ 15 ਸਾਲਾਂ 'ਚ ਇਹਨਾਂ ਮੇਰੇ ਸਤਿਕਾਰਯੋਗ ਵੀਰਾਂ ਨੇ ਲੈ ਕੇ ਆਂਦਾ ਹੋਵੇ। ਸੋ ਇਸ ਕਰਕੇ ਮੈਂ ਸਮਝਦਾ ਕਿ ਮੈਂਬਰ ਪਾਰਲੀਮੈਂਟ ਜਿਹੜਾ ਹੈ ਉਹ ਇੱਕ ਬ੍ਰਿਜ ਦੇ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ, ਜਿਹੜਾ ਸੈਂਟਰ ਦੀ ਸਰਕਾਰ ਤੇ ਸਾਡੇ ਲੋਕਾਂ ਦੇ ਵਿੱਚ ਇੱਕ ਬ੍ਰਿਜ ਦੇ ਤੌਰ 'ਤੇ ਕੰਮ ਕਰੇ। ਤੇ ਮੈਂ ਚਾਹੁੰਦਾ ਕਿ ਜਲੰਧਰ ਦੇ ਲੋਕ, ਸਤਿਕਾਰਯੋਗ ਵੋਟਰ ਮੈਨੂੰ ਜੇ ਸੇਵਾ ਕਰਨ ਦਾ ਮੌਕਾ ਦਿੰਦੇ ਹੈ, ਮੈਂ ਆਉਂਦੇ ਦਿਨਾਂ ਦੇ ਵਿੱਚ ਇੱਕ ਆਪਣਾ ਪਾਰਟੀ ਤੇ ਆਪਣਾ ਵਿਜ਼ਨ ਡਾਕੂਮੈਂਟ ਜਦੋਂ ਮੈਂ ਲੈ ਕੇ ਆਵਾਂਗਾ, ਮੈਂ ਲੋਕਾਂ ਦੀ ਕਚਹਿਰੀ 'ਚ ਲੈ ਕੇ ਆਊਂਗਾ। ਮੈਨੂੰ ਸ਼ੌਂਕ ਹੈ ਕੰਮ ਕਰਨ ਦਾ। ਮੈਨੂੰ 2 ਚੀਜ਼ਾਂ ਜ਼ਿੰਦਗੀ 'ਚ ਸ਼ੌਂਕ ਹੈ ਜੋ ਮੈਂ ਆਪਣੇ ਪਿਤਾ ਜੀ ਕੋਲੋਂ, ਆਪਣੇ ਪਰਿਵਾਰ ਕੋਲੋਂ ਮੈਂ ਨਾਲ ਲੈ ਕੇ ਆਇਆ, ਔਰ ਉਸ ਵਿਰਾਸਤ ਨੂੰ ਮੈਂ ਜ਼ਿੰਦਗੀ 'ਚ ਵਾਹਿਗੁਰੂ ਪ੍ਰਮਾਤਮਾ ਮਿਹਰ ਕਰੇ, ਉਸ ਪ੍ਰਮਾਤਮਾ ਦੀ ਮਿਹਰ ਸਦਕਾ ਮੈਂ ਉਸ ਅਕੀਦੇ 'ਤੇ ਕੰਮ ਕਰਨਾ। ਮੈਂ 2 ਚੀਜ਼ਾਂ ਜ਼ਿੰਦਗੀ 'ਚ ਜ਼ਰੂਰ ਕਰਨੀਆਂ ਚਾਹਾਂਗਾ। ਇੱਕ ਕਿ ਕੰਮ ਕਰਨਾ ਤਾਂ ਪੂਰਾ ਵਧੀਆ ਕਰਨਾ, ਅਤੇ ਜੇ ਕਰਨਾ ਤਾਂ ਪੂਰਾ ਇਮਾਨਦਾਰੀ ਨਾਲ ਕਰਨਾ।
ਆਪਣਾ ਦਾਮਨ ਆਪਣੀ ਪੱਗ ਦਸਤਾਰ ਹਮੇਸ਼ਾ ਮੈਂ ਸਾਫ਼ ਰੱਖੀ ਹੈ ਔਰ ਇਸ ਦਸਤਾਰ ਤੇ ਮੈਂ ਕਦੇ ਕੋਈ ਦਾਗ ਨਾ ਲੱਗਣ ਦਿੱਤਾ ਸਾਡੇ ਪਰਿਵਾਰ ਨੇ ਤੇ ਨਾ ਹੀ ਪ੍ਰਮਾਤਮਾ ਕਰੇ ਆਉਣ ਵਾਲੇ ਸਮੇਂ 'ਚ ਕਦੀ ਆਵੇ। ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਇੱਕ ਚੰਗਾ ਸੇਵਾਦਾਰ ਇੱਕ ਚੰਗਾ ਮੈਂਬਰ ਪਾਰਲੀਮੈਂਟ ਚੁਣ ਕੇ ਭੇਜੋ ਜਿਹੜਾ ਤੁਹਾਡੀ ਆਵਾਜ਼ ਬਣ ਕੇ ਦਿੱਲੀ 'ਚੋਂ ਕੁਝ ਲੈ ਕੇ ਆ ਸਕੇ। ਤੇ ਦਿੱਲੀ ਦੀ ਮੌਜੂਦਾ ਸਰਕਾਰ ਦੇ ਵਿੱਚ ਜੇ ਮੌਜੂਦਾ ਉਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਾਂਗੇ ਜਿਸ ਪਾਰਟੀ ਦੀ ਦਿੱਲੀ 'ਚ ਸਰਕਾਰ ਹੈ ਤਾਂ ਮੇਰਾ ਖਿਆਲ ਹੈ ਸਾਡੇ ਲੋਕਾਂ ਦੇ ਚਾਰ ਕੰਮ ਵਧੀਆ ਹੋ ਸਕਦੇ ਹੈ, ਵਧੀਆ ਲੋਕਾਂ ਦੇ ਕੰਮ ਸੁਣੇ ਜਾ ਸਕਦੇ ਹੈ, ਲੋਕਾਂ ਦੀ ਕੋਈ ਪ੍ਰੋਜੈਕਟ ਲਿਆਂਦੇ ਜਾ ਸਕਦੇ ਹੈ, ਕੋਈ ਨਵੇਂ ਇਨੋਵੇਟਿਵ ਆਈਡੀਆਜ਼ ਪੈਦਾ ਕੀਤੇ ਜਾ ਸਕਦੇ ਹੈ, ਕੋਈ ਆਉਣ ਵਾਲੀ ਜਨਰੇਸ਼ਨ ਲਈ ਸੋਚਿਆ ਜਾ ਸਕਦਾ ਹੈ, ਇੱਥੋਂ ਦੀ ਸਪੋਰਟਸ ਇੰਡਸਟਰੀ ਬਾਰੇ ਸੋਚਿਆ ਜਾ ਸਕਦਾ ਹੈ, ਇੱਥੋਂ ਦੀ ਲੈਦਰ ਇੰਡਸਟਰੀ ਬਾਰੇ ਸੋਚਿਆ ਜਾ ਸਕਦਾ ਹੈ, ਇੱਥੋਂ ਦੇ ਸਾਡੇ ਗੰਨਾ ਗਰੋਅਰਸ ਬਾਰੇ ਸੋਚਿਆ ਜਾ ਸਕਦਾ ਹੈ, ਪੋਟੈਟੋ ਜਿਹੜੀ ਇਹ ਸਾਡੀ ਬੈਲਟ ਹੈ ਆਲੂਆਂ ਦੀ ਜਿਹੜੀ ਉਹਦੇ ਬਾਰੇ ਕੁਝ ਸੋਚਿਆ ਜਾ ਸਕਦਾ। ਦੇਰ ਲੋਟ ਆਫ ਥਿੰਗਸ ਵਿਚ ਵੀ ਕੈਨ ਪਲਾਨ ਸੋਚਿਆ ਜਾ ਸਕਦਾ, ਲੇਕਿਨ ਉਹ ਕੌਣ ਸੋਚੇਗਾ ਜੇਕਰ ਸਾਡਾ ਉਸ ਪੰਚਾਇਤ ਦਾ ਮੈਂਬਰ ਚੰਗਾ ਚੁਣ ਕੇ ਭੇਜਾਂਗੇ ਜਿਸ ਪੰਚਾਇਤ ਦਾ ਮੁਖੀ ਨਰਿੰਦਰ ਮੋਦੀ ਹੈ। ਅੱਛਾ ਅਟਵਾਲ ਸਾਹਿਬ, ਚੁਣੌਤੀਆਂ ਕਿੰਨੀਆਂ ਕੁ ਦੇਖਦੇ ਹੋ ਕਿਉਂਕਿ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਨੂੰ ਲੈ ਕੇ ਘਟਨਾਕ੍ਰਮ ਜੋ ਹੋਇਆ ਔਰ ਖਾਸ ਤੌਰ ਤੇ ਲੋਕਾਂ 'ਚ ਗੁੱਸਾ ਵੀ ਸੀ ਕਿ ਪੈਰਾਮਿਲਟਰੀ ਫੋਰਸਿਸ ਲਗਾ ਦਿੱਤੀ ਗਈ ਕੇਂਦਰ ਏਜੰਸੀਆਂ ਵੱਲੋਂ, ਲੱਗਦਾ ਨਹੀਂ ਕਿਤੇ ਨਾ ਕਿਤੇ ਤੁਹਾਨੂੰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ। ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ ਸੂਬੇ ਦਾ ਕੰਮ ਹੁੰਦਾ, ਸੂਬੇ ਦੀ ਸਰਕਾਰਾਂ ਦਾ ਕੰਮ ਹੁੰਦਾ, ਲੇਕਿਨ ਸੂਬੇ ਦੀ ਸਰਕਾਰ ਜਦੋਂ ਨਾਕਾਮਯਾਬ ਹੋਵੇ ਤਾਂ ਫਿਰ ਸੈਂਟਰ ਨੂੰ ਉੱਥੇ ਆਪਣਾ ਰੋਲ ਪਲੇ ਕਰਨਾ ਹੀ ਪੈਂਦਾ। ਜੇਕਰ ਸੈਂਟਰ ਉਹਦੇ 'ਤੇ ਰੋਲ ਪਲੇ ਨਹੀਂ ਕਰਦੀ ਤਾਂ ਫਿਰ ਲੋਕ ਉਸ 'ਤੇ ਕਿੰਤੂ ਪਰੰਤੂ ਕਰਨਗੇ ਕਿ ਜੇਕਰ ਸੂਬੇ ਨੇ ਇਸ ਦੇ ਬਾਰੇ ਕਿਆ ਧਿਆਨ ਨਹੀਂ ਦਿੱਤਾ ਤਾਂ ਸੈਂਟਰ ਨੇ ਇਹਦੇ ਬਾਰੇ ਧਿਆਨ ਕਿਉਂ ਨਹੀਂ ਦਿੱਤਾ। ਇਸ ਕਰਕੇ ਲਾ ਐਂਡ ਆਰਡਰ ਜੋ ਕਿ ਪੰਜਾਬ 'ਚ ਬਹੁਤ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਾ ਹੈ, ਇਸ ਕਰਕੇ ਸੈਂਟਰਲ ਦੀ ਅਥਾਰਟੀਜ਼ ਨੂੰ ਆਪਣੇ ਪੈਰਾਮਿਲਟਰੀ ਫੋਰਸਿਸ ਲਗਾ ਕੇ ਕੰਟਰੋਲ ਕਰਨਾ ਪਿਆ ਔਰ ਉਹਨੂੰ ਠੱਲ ਵੀ ਪਈ। ਅਟਵਾਲ ਸਾਹਿਬ, ਲੰਬਾ ਸਮਾਂ ਤੁਸੀਂ ਅਕਾਲੀ ਦਲ ਦੀ ਸੇਵਾ ਕੀਤੀ ਹੈ ਔਰ ਖਾਸ ਤੌਰ ਤੇ ਦੇਖਿਆ ਜਾਵੇ ਹੁਣ ਭਾਜਪਾ 'ਚ ਤੁਸੀਂ ਸ਼ਾਮਲ ਹੋਏ ਔਰ ਤੁਸੀਂ ਉਮੀਦਵਾਰ ਹੋ ਲੋਕ ਸਭਾ ਹਲਕਾ ਜਲੰਧਰ ਤੋਂ। ਕੰਪੈਰੀਜ਼ਨ ਕਰਨਾ ਹੋਵੇ ਅਗਰ ਦੋਨੇ ਪਾਰਟੀਆਂ ਦੇ ਲੀਡਰਸ਼ਿਪ ਵੱਲੋਂ ਤਾਂ ਕਿਸ ਤਰ੍ਹਾਂ ਕਰੋਗੇ? ਮੈਂ ਮਾਫੀ ਚਾਹਾਂਗਾ ਕਿ ਮੈਂ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਇੱਕ ਗੱਲ ਕਹਿ ਰਿਹਾ ਮੈਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਕਿਸੇ ਵੇਲੇ ਮੈਂ ਕਿਹਾ ਕਰਦਾ ਸੀ ਕਿ ਮੇਰੀ ਮਾਂ ਪਾਰਟੀ ਹੈ ਤੇ ਜਦੋਂ ਕਿਸੇ ਨੂੰ ਬੰਦੇ ਨੇ ਮਾਂ ਕਿਹਾ ਹੋਵੇ, ਜਿਸ ਮਾਂ ਨੇ ਜਨਮ ਦਿੱਤਾ, ਪਾਲ ਕੇ ਪਲੋਸ ਕੇ ਵੱਡੇ ਕਰਕੇ ਅੱਜ ਸਾਨੂੰ ਇੰਨਾ ਕਾਬਲ ਕਰ ਦਿੱਤਾ ਕਿ ਅਸੀਂ ਚੰਗੀ ਤੇ ਮਾੜੀ ਹਰ ਚੀਜ਼ ਦਾ ਫੈਸਲਾ ਕਰਨ ਦੇ ਕਾਬਲ ਹੋ ਜਾਈਏ, ਮੈਂ ਉਹਨਾਂ ਵਿਅਕਤੀਆਂ ਵਿੱਚੋਂ ਨਹੀਂ ਆ। ਮੈਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਾਲ ਪਲੋਸ ਕੇ ਵੱਡਾ ਕਰਕੇ ਮੈਨੂੰ ਇੱਥੇ ਤੱਕ ਭੇਜਿਆ। ਅੱਜ ਮੈਂ ਧੰਨਵਾਦੀ ਹਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਮੇਰੇ ਪਰਿਵਾਰ ਤੇ ਮੇਰੇ ਤੇ ਮਾਣ ਕਰਕੇ ਮੈਨੂੰ ਕਾਬਲ ਸਮਝਿਆ। ਮੈਂ ਕਿਸੇ ਸ਼ਰਤ ਨਾਲ ਨਹੀਂ ਸੀ ਸ਼ਾਮਲ ਹੋਇਆ, ਮੈਨੂੰ ਤਾਂ ਪਤਾ ਵੀ ਨਹੀਂ ਸੀ। ਭਾਰਤੀ ਜਨਤਾ ਪਾਰਟੀ ਨੇ ਜੋ ਮਾਣ ਸਤਿਕਾਰ ਦੇ ਕੇ ਮੈਨੂੰ ਸਿਪਾਹੀ ਬਣਾ ਕੇ ਇੱਥੇ ਭੇਜਿਆ, ਮੈਂ ਹਮੇਸ਼ਾ ਹੀ ਕਰਜ਼ਦਾਰ ਰਵਾਂਗਾ ਔਰ ਅਹਿਸਾਨਮੰਦ ਰਵਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਾਲ ਪਲੋਸ ਕੇ ਪੈਦਾ ਕਰਕੇ ਇੱਥੇ ਤੱਕ ਭੇਜਿਆ। ਮੈਂ ਕਿਸੇ ਬਾਰੇ ਮਾੜਾ ਚੰਗਾ ਨਹੀਂ ਕਹਾਂਗਾ, ਮੈਂ ਪੋਜ਼ਿਟਿਵ ਗੱਲ ਕਰਾਂਗਾ, ਪੋਜ਼ਿਟਿਵ ਅਪਰੋਚ ਨਾਲ ਪੋਲਿਟਿਕਸ ਕਰਨੀ ਹੈ ਮੈਂ, ਔਰ ਪੋਲਿਟਿਕਸ ਕਰਨਾ ਮੇਰੇ ਵਾਸਤੇ ਇੱਕ ਸੇਵਾ ਭਾਵਨਾਵਾਂ ਦਾ ਕੰਮ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਮੌਕਾ ਦਿੱਤਾ। ਤੁਸੀਂ ਮੇਰੇ ਨਾਲ ਗੱਲ ਕਰੋ ਕਿ ਮੈਂ ਭਾਰਤੀ ਜਨਤਾ ਪਾਰਟੀ ਕਿਉਂ ਜੁਆਇਨ ਕੀਤੀ, ਕਾਹਦੇ ਲਈ ਜੁਆਇਨ ਕੀਤੀ। ਮੈਂ ਉਹ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਮੈਂ ਜਵਾਬ ਦੇ ਰਿਹਾ, ਪਰ ਮੈਂ ਉਹਨਾਂ ਵਿਅਕਤੀਆਂ 'ਚੋਂ ਨਹੀਂ ਆ ਕਿ ਅੱਜ ਮੈਂ ਨਵੀਂ ਪਾਰਟੀ 'ਚ ਸ਼ਾਮਲ ਹੋ ਗਿਆ ਤੇ ਨਵੀਂ ਪਾਰਟੀ ਦੀ ਲੀਡਰਸ਼ਿਪ ਨੂੰ ਖੁਸ਼ ਕਰਨ ਵਾਸਤੇ ਮੈਂ ਪੁਰਾਣੀ ਪਾਰਟੀ ਤੇ ਲੀਡਰਸ਼ਿਪ ਤੇ ਚਿੱਕੜ ਸਿੱਟਣਾ ਸ਼ੁਰੂ ਕਰ ਦੇਵਾਂ। ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਉਹਨਾਂ ਦਾ ਕੰਮ ਜਾਣੀਏ, ਆਪਾਂ ਆਪਣਾ ਕੰਮ ਕਰਾਂਗੇ। ਇੱਕ ਵਰਕਰ ਦੇ ਤੌਰ ਤੇ ਜ਼ਿੰਦਗੀ ਪਹਿਲਾਂ ਜੀ ਹੈ ਤੇ ਇੱਕ ਵਰਕਰ ਚੰਗਾ ਬਣ ਕੇ ਇਸ ਇਲਾਕੇ ਤੇ ਇਸ ਆਪਣੇ ਸੂਬੇ ਦੀ ਕੋਈ ਸੇਵਾ ਕਰ ਸਕੇ। ਵਾਹਿਗੁਰੂ ਇੰਨੀ ਸਮੱਤ ਬਖਸ਼ੇ ਕਿ ਆਪਣੀਆਂ ਸੋਹਣੀਆਂ ਯਾਦਾਂ ਲੈ ਕੇ ਜਿਹੜੀਆਂ ਮੈਂ ਆਇਆ, ਮੈਂ ਸੋਹਣੇ ਜਿੰਨੇ ਕੁ ਵੀ ਕੰਮ ਕਾਰ ਕੀਤੇ ਹੈ ਵਫਾਦਾਰੀ ਨਾਲ ਇਮਾਨਦਾਰੀ ਨਾਲ ਉਸ ਪਾਰਟੀ 'ਚ ਸੇਵਾ ਕੀਤੀ ਹੈ, ਕੋਈ ਦਾਗ ਨਹੀਂ ਲੱਗਣ ਦਿੱਤਾ ਤੇ ਇੱਥੇ ਆ ਕੇ ਵੀ ਪੂਰੀ ਵਫਾਦਾਰੀ ਤੇ ਇਮਾਨਦਾਰੀ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਇੱਕ ਛੋਟਾ ਜਿਹਾ ਵਰਕਰ ਬਣ ਕੇ ਕੰਮ ਕਰਕੇ ਦਿਖਾਵਾਂਗੇ ਕਿ ਅਸੀਂ ਜਿਸ ਭਾਈਚਾਰੇ 'ਚੋਂ ਉੱਪਰ ਉੱਠ ਕੇ ਆਏ ਹਾਂ, ਜਿਨ੍ਹਾਂ ਪਰਿਵਾਰਾਂ 'ਚੋਂ ਉੱਪਰ ਉੱਠ ਕੇ ਆਏ ਹਾਂ, ਅਸੀਂ ਪੂਰੀ ਇਮਾਨਦਾਰੀ ਤੇ ਵਫਾਦਾਰੀ ਕਮਾਉਣਾ ਚਾਹੁੰਦੇ ਹਾਂ ਔਰ ਵਫਾਦਾਰੀ ਦੇ ਨਾਲ ਕੰਮ ਕਰਾਂਗੇ। ਇਹ ਮੇਰਾ ਅਕੀਦਾ, ਮੇਰਾ ਵਿਸ਼ਵਾਸ ਹੈ ਕਿ ਪ੍ਰਮਾਤਮਾ ਸਿਰ ਤੇ ਹੱਥ ਧਰ ਕੇ ਸਾਡੇ ਕੋਲ ਸੇਵਾ ਜ਼ਰੂਰ ਚੰਗੀ ਤਰ੍ਹਾਂ ਕਰਵਾਏਗਾ। ਆਖਰੀ ਸਵਾਲ ਅਟਵਾਲ ਸਾਹਿਬ, ਤੁਸੀਂ ਕੈਲਕੂਲੇਸ਼ਨ ਕੀਤੀ ਹੋਣੀ ਹੈ, ਹੁਣ ਲਗਾਤਾਰ ਤੁਸੀਂ ਚੋਣ ਪ੍ਰਚਾਰ ਵੀ ਕਰ ਰਹੇ ਹੋ। ਖਾਸ ਤੌਰ ਤੇ ਜੇ ਪਿਛਲੀਆਂ ਚੋਣਾਂ ਦੀ ਗੱਲ ਕਰੀ ਤਾਂ 3.5 ਲੱਖ ਦੇ ਕਰੀਬ ਪਹਿਲਾਂ ਵੀ ਵੋਟ ਪਈ ਸੀ, ਅਟਵਾਲ ਸਾਹਿਬ ਚੋਣ ਲੜੇ ਸੀ। ਕੈਲਕੂਲੇਸ਼ਨ ਅੱਜ ਆਪਣੇ ਆਪ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ BSP ਦੇ ਨਾਲ ਮੈਦਾਨ ਦੇ ਵਿੱਚ ਹੈ।
ਔਰ 2 ਲੱਖ ਦੇ ਤਕਰੀਬਨ ਵੋਟ ਪਈ ਸੀ ਬੀਐਸਪੀ ਨੂੰ। ਅੱਜ ਕੀ ਤੁਸੀਂ ਕੈਲਕੂਲੇਸ਼ਨ ਕੀਤੀ ਇਸ ਨੂੰ ਲੈ ਕੇ? ਰਾਜਨੀਤੀ ਦੇ ਵਿੱਚ ਕੈਲਕੂਲੇਸ਼ਨ ਸਾਰਾ ਕੁਝ ਨਹੀਂ ਹੁੰਦਾ, ਪਰਿਸਥਿਤੀਆਂ ਬਹੁਤ ਵੱਡਾ ਰੋਲ ਪਲੇ ਕਰ ਦਿੰਦੀਆਂ। ਬਤੌਰ ਨਿਮਾਣੇ ਸਿੱਖ ਦੇ ਤੌਰ ਤੇ, ਬਤੌਰ ਪੰਜਾਬੀ ਦੇ, ਇਸ ਦੁਆਬੇ ਦੀ ਪਵਿੱਤਰ ਧਰਤੀ ਜਿਹੜੀ ਕਿ ਗਦਰੀ ਬਾਬਿਆਂ ਦੀ, ਬੱਬਰਾਂ ਦੀ ਪਵਿੱਤਰ ਧਰਤੀ ਹੈ, ਇੱਥੋਂ ਦੇ ਲੋਕਾਂ ਨੇ ਹਮੇਸ਼ਾ ਇਤਿਹਾਸ ਸਿਰਜਿਆ ਔਰ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ। ਐਤਕੀ ਪੰਜਾਬ ਦੇ ਭਵਿੱਖ ਦਾ ਫੈਸਲਾ ਹੋਣਾ ਹੈ। ਇੱਕ ਲੋਕ ਸਭਾ ਦੀ ਚੋਣ ਦਾ ਨਤੀਜਾ ਨਹੀਂ ਹੋਣਾ। ਪੰਜਾਬ ਦੇ ਭਵਿੱਖ ਦੇ ਫੈਸਲੇ ਦੀ ਸ਼ੁਰੂਆਤ ਦੁਆਬੇ ਦੀ ਪਵਿੱਤਰ ਧਰਤੀ ਤੋਂ ਹੋਣੀ ਹੈ ਔਰ ਮੈਨੂੰ ਮਾਣ ਹੈ, ਮੈਨੂੰ ਵਿਸ਼ਵਾਸ ਹੈ, ਕੈਲਕੂਲੇਸ਼ਨ ਨਹੀਂ। ਲੋਕ ਇਹ ਸੋਚ ਰਹੇ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦੇਖ ਲਿਆ, ਕਾਂਗਰਸ ਪਾਰਟੀ ਨੂੰ ਵੀ ਦੇਖ ਲਿਆ, ਆਮ ਪਾਰਟੀ ਨੂੰ ਵੀ ਵੇਖ ਲਿਆ, ਤੇ ਕਿਉਂ ਨਾ ਅਸੀਂ ਉਸ ਵਿਅਕਤੀ ਨੂੰ ਮੌਕਾ ਦਈਏ ਜਿਸ ਵਿਅਕਤੀ ਨੇ ਦੇਸ਼ ਦੇ ਵਿੱਚ ਇਮਾਨਦਾਰੀ ਨਾਲ ਸੇਵਾ ਕੀਤੀ ਹੈ। ਮੈਨੂੰ ਵਿਸ਼ਵਾਸ ਹੈ, ਮੇਰੀ ਕੈਲਕੂਲੇਸ਼ਨ ਤਾਂ ਇਹ ਹੈ ਕਿ ਮੈਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰ ਸਕਾਂ, ਵੱਧ ਤੋਂ ਵੱਧ ਲੋਕਾਂ ਦੇ ਜਾ ਕੇ ਚਰਨਾਂ 'ਚ ਮੈਂ ਬੇਨਤੀ ਕਰ ਸਕਾਂ ਤਾਂ ਕਿ ਉਹ ਇੱਕ ਸਹੀ ਤੇ ਚੰਗਾ ਫੈਸਲਾ ਲੈ ਸਕਣ ਤੇ 10 ਮਈ ਨੂੰ ਮੈਨੂੰ ਵੋਟਾਂ ਪਾ ਕੇ ਜ਼ਰੂਰ ਕਾਮਯਾਬ ਕਰਨ। ਔਰ ਉਹ ਮੈਨੂੰ ਨਹੀਂ ਵੋਟਾਂ ਪਾਣੀਆਂ, ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੋਟਾਂ ਪਾਣੀਆਂ ਨੇ। ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਇਹ ਸਨ ਇੰਦਰ ਇਕਬਾਲ ਅਟਵਾਲ ਜੋ ਲੋਕ ਸਭਾ ਹਲਕਾ ਜਲੰਧਰ ਤੋਂ ਭਾਜਪਾ ਵੱਲੋਂ ਉਮੀਦਵਾਰ ਨੇ ਔਰ ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਕਿ ਵਧੀਆ ਵਿਜ਼ਨ ਲੈ ਕੇ ਆਵਾਂਗਾ ਅਗਰ ਲੋਕ ਸਭਾ ਦੇ ਵਿੱਚ ਲੋਕ ਮੈਨੂੰ ਜਿਤਾਉਂਦੇ ਨੇ ਔਰ ਵੱਡੇ ਪੱਧਰ ਤੇ ਕੰਮ ਕੀਤੇ ਜਾਂਦੇ ਨੇ। ਔਰ ਸਾਫ਼ ਤੌਰ ਤੇ ਕਿਹਾ ਕਿ ਨਾ ਮੇਰੇ ਤੇ ਪਹਿਲਾਂ ਦਾਗ ਲੱਗਿਆ ਤੇ ਨਾ ਹੁਣ ਲੱਗੇਗਾ। ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਧੰਨਵਾਦ ਕੀਤਾ ਕਿ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਵੱਡਾ ਕੀਤਾ, ਪਾਸ ਖੋਲ ਕੇ ਜੋ ਇਸ ਜਗ੍ਹਾ ਤੇ ਪਹੁੰਚਾਇਆ, ਹੁਣ ਮੈਂ ਧੰਨਵਾਦ ਕਰਦਾ ਭਾਜਪਾ ਦਾ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮਨਿੰਦਰ ਸਿੰਘ, ਦਾ ਸਮਰ ਨਿਊਜ਼, ਜਲੰਧਰ।